हेलो गुड मॉर्निंग स्टूडेंट्स। बेटा अज आप करनी है कैमिकल प्रॉपर्टीज ऑफ हैलो अल्केन ਜਾਂ ਐਲਕਾਈਲ ਹੈਲਾਈਡਸ। ਠੀਕ ਹੈ, ਜੇ ਆਪਾਂ ਹੈਲੋ ਅਲਕੇਨਸ ਦੀ ਗੱਲ ਕਰੀਏ ਉਹਦੇ ਵਿੱਚ CX ਬੌਂਡ ਹੁੰਦਾ ਹੈ। ਠੀਕ ਹੈ, ਤੇ ਜਿਹੜਾ X ਹੁੰਦਾ ਹੈਲੋਜਨ ਐਟਮ ਇਜ਼ ਮੋਰ ਇਲੈਕਟ੍ਰੋਨੈਗੇਟਿਵ ਐਸ ਕੰਪੇਅਰ ਟੂ ਕਾਰਬਨ। ਸੋ ਇਹਨੇ ਇਲੈਕਟ੍ਰੋਨ ਨੂੰ ਆਪਣੇ ਨਾਲ ਅਟਰੈਕਟ ਕੀਤਾ, ਇੱਧਰ ਨੈਗੇਟਿਵ ਚਾਰਜ ਇੱਧਰ ਪੋਜ਼ਿਟਿਵ ਚਾਰਜ। ਠੀਕ ਹੈ, ਪਾਰਸ਼ਲ ਨੈਗੇਟਿਵ ਚਾਰਜ ਐਂਡ ਪਾਰਸ਼ਲ ਪੋਜ਼ਿਟਿਵ ਚਾਰਜ। ਤੇ ਤੁਸੀਂ ਯਾਦ ਰੱਖਣਾ ਜਿਹੜੇ ਹੈਲੋ ਅਲਕੇਨਸ ਹੁੰਦੇ ਆ, ਠੀਕ ਹੈ, ਇਹ ਸਬਸਟੀਟਿਊਸ਼ਨ ਰਿਐਕਸ਼ਨਸ ਦਿੰਦੇ ਆ। ਕਿਹੜੀਆਂ ਰਿਐਕਸ਼ਨਸ ਦਿੰਦੀ ਆ? ਸਬਸਟੀਟਿਊਸ਼ਨ। ਸਪੈਲਿੰਗ ਦੇ ਵਿੱਚ ਕਈ ਵਾਰੀ ਗੜਬੜ ਹੋ ਜਾਂਦੀ ਹੈ, ਠੀਕ ਹੈ, ਉਹਨੂੰ ਫੀਲ ਨਹੀਂ ਕਰਨਾ। ਇਹ ਕਿਹੜੀਆਂ ਰਿਐਕਸ਼ਨਸ ਦਿੰਦੀ ਆ? ਸਬਸਟੀਟਿਊਸ਼ਨ ਰਿਐਕਸ਼ਨਸ ਦਿੰਦੇ ਆ। ਸਬਸਟੀਟਿਊਸ਼ਨਸ ਰਿਐਕਸ਼ਨਸ ਕਿੱਦਾਂ ਦਿੰਦੇ ਆ? ਹੁਣ ਜਿਹੜਾ ਐਲਕਾਈਲ ਹੈਲਾਈਡ ਬੌਂਡ ਆ, ਠੀਕ ਹੈ, ਜਿੱਦਾਂ ਆਪਾਂ ਇਹ ਬਣਾ ਲਿਆ, ਇਸ ਸਾਈਡ ਕਿਆ ਪਾਰਸ਼ਲ ਨੈਗੇਟਿਵ ਚਾਰਜ, ਇਸ ਸਾਈਡ ਪਾਰਸ਼ਲ ਪੋਜ਼ਿਟਿਵ ਚਾਰਜ, ਇਹ ਚੀਜ਼ ਆ। ਹੁਣ ਇਹ ਕੀ ਆ? ਪੋਲਰ ਬੌਂਡ ਆ। ਪੋਲਰ ਬੌਂਡ ਆ ਮਤਲਬ ਕਿ ਇਹ ਬੌਂਡ ਦੀ ਕਲੀਵੇਜ ਹੋ ਸਕਦੀ ਹੈ। ਇਹਦੀ ਕਲੀਵੇਜ ਕਿੱਦਾਂ ਹੋਣੀ ਆ? ਇਹਦੇ ਤੇ ਆਪਾਂ ਕਿਸੇ ਨਿਊਕਲੀਓਫਾਈਲ ਦਾ ਅਟੈਕ ਕਰਵਾਉਣਾ ਹੈ। ਹੁਣ ਨਿਊਕਲੀਓਫਾਈਲ ਕਿਹੜਾ ਹੁੰਦਾ? ਜਿਹਦੇ ਤੇ ਨੈਗੇਟਿਵ ਚਾਰਜ ਹੋਵੇ। ਨੈਗੇਟਿਵ ਕਾਹਦੇ ਤੇ ਅਟੈਕ ਕਰੂਗਾ? ਨੈਗੇਟਿਵ ਨੇ ਅਟੈਕ ਕਰਨਾ ਕਾਰਬਨ ਤੇ ਆਹ ਵਾਲੇ ਬੌਂਡ ਦੀ ਕਲੀਵੇਜ ਹੋ ਜਾਣੀ ਹੈ। ਠੀਕ ਹੈ, ਤੇ ਇਹਨੇ ਬਣਨਾ ਕੀ ਆ? ਅੱਗੇ ਜਾ ਕੇ ਕੀ ਬਣ ਜਾਣਾ? ਸੀ। ਇਹਦੇ ਨਾਲ X ਦੀ ਜਗ੍ਹਾ ਇੱਥੇ ਨਿਊਕਲੀਓਫਾਈਲ ਜੁੜ ਜਾਣਾ, ਪਲੱਸ X ਨੈਗੇਟਿਵ ਬਾਹਰ ਚਲ ਜਾਣਾ। ਠੀਕ ਹੈ, ਇਸ ਤਰ੍ਹਾਂ ਇਹ ਰਿਐਕਸ਼ਨਸ ਦਿੰਦੇ ਆ। ਠੀਕ ਹੈ, ਤੁਸੀਂ ਯਾਦ ਰੱਖਣਾ ਐਲਕਾਈਲ ਹੈਲਾਈਡਸ ਜਿਹੜੀਆਂ ਰਿਐਕਸ਼ਨਸ ਦਿੰਦੇ ਆ ਉਹਨਾਂ ਨੂੰ ਕਿਆ ਬੋਲਦੇ ਆ? ਨਿਊਕਲੀਓਫਿਲਿਕ ਲਿਖ ਦਿੰਦੇ ਆ। ਐਲਕਾਈਲ ਹੈਲਾਈਡਸ gives nucleophilic substitution reactions। ठीक है, ਜਿਹੜੇ ਐਲਕਾਈਲ ਹੈਲਾਈਡ ਆ ਉਹ ਕਿਹੜੀਆਂ ਰਿਐਕਸ਼ਨਸ ਦਿੰਦੀ ਆ? ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਦਿੰਦੇ ਆ। ਤੇ ਉਹਦੇ ਬਾਅਦ ਵਿੱਚ ਤੁਹਾਨੂੰ ਪਹਿਲਾਂ ਹੁਣ ਬੇਟਾ ਇਹ ਹੈ ਨਾ ਜਿਹੜੀਆਂ ਸਬਸਟੀਟਿਊਸ਼ਨ ਨਿਊਕਲੀਓਫਿਲਿਕ, ਇਹਨੂੰ ਬੋਲਦੇ ਆ SN ਰਿਐਕਸ਼ਨਸ। ਠੀਕ ਹੈ, SN ਮੀਨਸ ਸਬਸਟੀਟਿਊਸ਼ਨ ਨਿਊਕਲੀਓਫਿਲਿਕ ਰਿਐਕਸ਼ਨਸ। ਇਹਦੀਆਂ ਅੱਗੇ ਦੋ ਟਾਈਪਸ ਹੁੰਦੀਆਂ, SN1 ਹੁੰਦੀ ਹੈ, ਇੱਕ SN2 ਹੁੰਦੀ ਹੈ। SN1 ਹੁੰਦੀ ਹੈ ਸਬਸਟੀਟਿਊਸ਼ਨ ਨਿਊਕਲੀਓਫਿਲਿਕ ਯੂਨੀਮੋਲੀਕੂਲਰ ਰਿਐਕਸ਼ਨ, ਯਾਨੀ ਹੈ ਸਬਸਟੀਟਿਊਸ਼ਨ ਨਿਊਕਲੀਓਫਿਲਿਕ ਬਾਈਮੋਲੀਕੂਲਰ ਰਿਐਕਸ਼ਨ। ਇਹ ਆਪਾਂ ਜਿਹੜਾ ਟੌਪਿਕ ਆ ਅੱਗੇ ਹੋਰ ਵੀਡੀਓ ਦੇ ਵਿੱਚ ਕਰਨਾ ਹੈ। ਉਹਦੇ ਬਾਅਦ ਵਿੱਚ ਤੁਸੀਂ ਯਾਦ ਰੱਖਣਾ ਕਿ ਟਾਈਪਸ ਆਫ ਨਿਊਕਲੀਓਫਾਈਲ, ਕਿ ਨਿਊਕਲੀਓਫਾਈਲ ਜਿਹੜੇ ਆ ਉਹਨਾਂ ਦੀਆਂ ਟਾਈਪਸ ਕਿੱਦਾਂ ਦੀਆਂ ਹੋ ਸਕਦੀਆਂ। ਸਭ ਤੋਂ ਪਹਿਲਾਂ ਹੁੰਦੀ ਹੈ ਨੈਗੇਟਿਵਲੀ ਚਾਰਜਡ ਸਪੀਸ਼ੀਜ਼। ਠੀਕ ਹੈ ਨਾ, ਜਿਨ੍ਹਾਂ ਤੇ ਨੈਗੇਟਿਵ ਚਾਰਜ ਹੋਊਗਾ ਉਹਨਾਂ ਨੂੰ ਤੁਸੀਂ ਕਿਆ ਬੋਲਣਾ ਆ? ਨਿਊਕਲੀਓਫਾਈਲ। ਨੈਗੇਟਿਵ ਚਾਰਜ ਕਿਵੇਂ ਹੋ ਸਕਦਾ? ਹੁਣ ਦੇਖੋ, ਜਿੱਦਾਂ ਆਪਾਂ ਗੱਲ ਕਰਦੇ ਪਏ ਹਾਂ, ਕੋਈ OH ਨੈਗੇਟਿਵ ਆ, ਠੀਕ ਆ, RO ਨੈਗੇਟਿਵ ਆ, ਠੀਕ ਆ, ਹੋਰ ਹੋ ਸਕਦਾ CN ਨੈਗੇਟਿਵ ਆ, ਠੀਕ ਹੈ, ਤੇ SH ਨੈਗੇਟਿਵ ਆ। ਜਿਨ੍ਹਾਂ ਤੇ ਨੈਗੇਟਿਵ ਚਾਰਜ ਹੋਊਗਾ ਉਹ ਵੀ ਕੀ ਆ? ਨਿਊਕਲੀਓਫਾਈਲ ਆ। ਠੀਕ ਆ, ਸੈਕਿੰਡ ਹੁੰਦਾ ਆ ਬੇਟਾ A+1 ਦੇ ਵਿੱਚ ਉਦਾਂ ਸ਼ਾਇਦ ਤੁਸੀਂ ਪੜ੍ਹਿਆ ਹੋਵੇ, ਠੀਕ ਹੈ, ਜੇ ਧਿਆਨ ਨਾਲ ਪੜ੍ਹਿਆ ਹੋਊਗਾ ਕਿ ਨਿਊਕਲੀਓਫਾਈਲ ਕਿਹੜੇ ਹੁੰਦੀ ਹੈ? ਜਾਂ ਤਾਂ ਉਹਨਾਂ ਤੇ ਨੈਗੇਟਿਵ ਚਾਰਜ ਹੋਵੇ, ਠੀਕ ਹੈ, ਫਸਟ ਕੰਡੀਸ਼ਨ, ਜਾਂ ਉਹਨਾਂ ਦੇ ਕੋਲ ਘੱਟੋ ਘੱਟ ਇੱਕ ਲੋਨ ਪੇਅਰ ਹੋਵੇ। ਠੀਕ ਹੈ, ਦੂਸਰੀ ਕਿਆ ਹੁੰਦੀ ਹੈ? ਨਿਊਟਰਲ ਸਪੀਸ਼ੀਜ਼ ਵਿਦ ਐਟ ਲੀਸਟ one lone pair। ਠੀਕ ਹੈ, ਮਤਲਬ ਕਿ ਘੱਟੋ ਘੱਟ ਉਹਨਾਂ ਕੋਲ 2 ਇਲੈਕਟ੍ਰੋਨ ਹੋਣ। ਇਹਦੇ ਵਿੱਚ ਆ ਜਾਂਦਾ ਜਿੱਦਾਂ NH3 ਹੋ ਗਿਆ, ਅਮੋਨੀਆ ਹੋ ਗਿਆ, RNH2 ਹੋ ਗਿਆ, ਇਹਦੇ ਕੋਲ 2 ਇਲੈਕਟ੍ਰੋਨ ਹੋ ਗਿਆ। ਠੀਕ ਹੈ, ਫਿਰ R2NH ਹੋ ਗਿਆ। ਠੀਕ ਹੈ, ਜਿਨ੍ਹਾਂ ਦੇ ਕੋਲ ਲੋਨ ਪੇਅਰ ਆ ਉਹਨਾਂ ਨੂੰ ਵੀ ਆਪਾਂ ਕਿਆ ਬੋਲਦੇ ਪਏ ਆ? ਉਹ ਵੀ ਕੀ ਆ?
ਨਿਊਕਲੀਓਫਾਈਲ ਆ, ਠੀਕ ਆ। ਨਿਊਕਲੀਓਫਾਈਲ ਦੋ ਟਾਈਪਸ ਤੇ ਹੁੰਦੀ ਆ, ਜਾਂ ਤਾਂ ਉਹਨਾਂ ਤੇ ਨੈਗੇਟਿਵ ਚਾਰਜ ਹੋਊਗਾ, ਉਹਨਾਂ ਨੂੰ ਆਪਾਂ ਬੋਲਦੇ ਆ ਨੈਗੇਟਿਵਲੀ ਚਾਰਜ ਸਪੀਸ਼ੀਜ਼, ਜਾਂ ਹੁੰਦੇ ਨਿਊਟਰਲ ਸਪੀਸ਼ੀਜ਼ ਵਿਦ ਐਟਲੀਸਟ 1 ਲੋਨ ਪੇਅਰ, ਜਿੱਦਾਂ ਇਹ ਐਗਜ਼ਾਮਪਲਸ ਹੋ ਗਈਆਂ। ਓਕੇ ਬੇਟਾ, ਉਹਦੇ ਬਾਅਦ ਵਿੱਚ ਜਿਹੜੀ ਆਪਾਂ ਹੁਣ ਸੈਕਿੰਡ ਚੀਜ਼ ਕਰਨੀ ਉਹ ਕਰਨਾ ਆ ਆਰਡਰ ਆਫ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਇਨ ਐਲਕਾਈਲ ਹੈਲਾਈਡ, ਠੀਕ ਹੈ। ਤੁਹਾਡੇ ਕੋਲ ਆ ਗਿਆ ਐਲਕਾਈਲ ਫਲੋਰਾਈਡ, ਐਲਕਾਈਲ ਕਲੋਰਾਈਡ, ਐਲਕਾਈਲ ਬਰੋਮਾਈਡ ਐਂਡ ਐਲਕਾਈਲ ਆਇਓਡਾਈਡ, ਠੀਕ ਹੈ। ਜੇ ਮੈਂ ਹੁਣ ਪੁੱਛਾਂ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਰਿਐਕਟਿਵ ਕਿਹੜਾ ਹੋਊਗਾ, ਠੀਕ ਹੈ। ਪਹਿਲਾਂ ਸਿੰਪਲ ਜਿਹੀ ਚੀਜ਼ ਸਮਝ ਲਵੋ, ਜਿੱਦਾਂ ਇਹ ਆ ਹੁਣ ਐਕਸ ਕੀ ਆ, ਇਲੈਕਟ੍ਰੋਨੈਗੇਟਿਵ ਆ, ਇਹਨੇ ਇਲੈਕਟ੍ਰੋਨ ਖਿੱਚੇ, ਨੈਗੇਟਿਵ ਚਾਰਜ, ਇੱਧਰ ਪੋਜ਼ਿਟਿਵ ਚਾਰਜ। ਹੁਣ ਜਿਹੜੀ ਚੀਜ਼ ਤੁਸੀਂ ਸਮਝਣੀ ਆ, ਜਿੰਨਾ ਇਹ 'ਤੇ ਪੋਜ਼ਿਟਿਵ ਚਾਰਜ ਜ਼ਿਆਦਾ ਹੋਊਗਾ, ਠੀਕ ਹੈ, ਜਿੰਨਾ ਪੋਜ਼ਿਟਿਵ ਚਾਰਜ ਇਹ 'ਤੇ ਜ਼ਿਆਦਾ ਹੋਊਗਾ ਉਨਾ ਇਲੈਕਟ੍ਰੋਫਾਈਲ, ਉਨਾ ਨਿਊਕਲੀਓਫਾਈਲ ਜਲਦੀ ਅਟੈਕ ਕਰੂਗਾ, ਠੀਕ ਹੈ। ਇੱਕ ਇਹ ਕੰਡੀਸ਼ਨ ਆ, ਦੂਸਰੀ ਕੀ ਹੈ ਕਿ ਜਿੰਨਾ ਇਹ ਬੌਂਡ ਜਲਦੀ ਟੁੱਟੂਗਾ ਉਨੀ ਜਲਦੀ ਨਿਊਕਲੀਓਫਾਈਲ ਅਟੈਕ ਕਰੂਗਾ, ਠੀਕ ਹੈ। ਦੋ ਚੀਜ਼ਾਂ ਆ। ਹੁਣ ਜਿਹੜੀ ਫਸਟ ਚੀਜ਼ ਆ, ਜੇ ਆਪਾਂ ਦੇਖੀਏ ਸਭ ਤੋਂ ਜ਼ਿਆਦਾ ਨੈਗੇਟਿਵ ਕਦੋਂ ਹੋਣਾ ਇਸ ਸਾਈਡ, ਜਾਂ ਸਭ ਤੋਂ ਜ਼ਿਆਦਾ ਪੋਜ਼ਿਟਿਵ ਕਦੋਂ ਹੋਣਾ ਇਸ ਸਾਈਡ, ਜਦੋਂ ਇਹ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੋਊਗਾ। ਜੇ ਹੁਣ ਆਪਾਂ ਇਲੈਕਟ੍ਰੋਨੈਗੇਟਿਵ ਆਰਡਰ ਦੇਖੀਏ, ਇਲੈਕਟ੍ਰੋਨੈਗੇਟਿਵ ਆਰਡਰ ਆਫ ਹੈਲੋਜਨਸ ਦੇਖੀਏ, ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਫਲੋਰੀਨ, ਉਹ ਤੋਂ ਘੱਟ ਕਲੋਰੀਨ, ਉਹ ਤੋਂ ਘੱਟ ਬਰੋਮੀਨ, ਉਹ ਤੋਂ ਘੱਟ ਆਇਓਡੀਨ। ਤਾਂ ਕਰਕੇ ਜਿਹੜਾ ਇਹਨਾਂ ਦਾ ਐਕਸਪੈਕਟਡ ਆਰਡਰ ਆਫ ਰਿਐਕਟੀਵਿਟੀ ਆ, ਐਕਸਪੈਕਟਡ ਆਰਡਰ ਆਫ ਰਿਐਕਟੀਵਿਟੀ ਕੀ ਹੋਣਾ ਚਾਹੀਦਾ ਸੀਗਾ, ਐਕਸਪੈਕਟਡ ਆਰਡਰ ਆਫ ਰਿਐਕਟੀਵਿਟੀ ਆਣਾ ਸੀ RF ਸਭ ਤੋਂ ਜ਼ਿਆਦਾ, ਉਹ ਤੋਂ ਘੱਟ RCl, ਉਹ ਤੋਂ ਘੱਟ RBr। ਇਹ ਐਕਸਪੈਕਟਡ ਆ ਕਿਹਦੇ ਬੇਸਿਸ ਤੇ, ਔਨ ਦੀ ਬੇਸਿਸ ਆਫ ਇਲੈਕਟ੍ਰੋਨੈਗੇਟਿਵਿਟੀ, ਕਿਉਂਕਿ ਫਲੋਰੀਨ ਸਭ ਤੋਂ ਇਲੈਕਟ੍ਰੋਨੈਗੇਟਿਵ ਆ, ਤਾਂ ਕਰਕੇ ਐਕਸਪੈਕਟਡ ਆਰਡਰ ਸਾਨੂੰ ਲੱਗਿਆ ਕਿ ਇਹ ਹੋਊਗਾ ਸ਼ਾਇਦ। ਬਟ ਐਕਚੁਅਲ ਆਰਡਰ ਜਿਹੜਾ ਹੁੰਦਾ ਨਾ, ਐਕਚੁਅਲ ਆਰਡਰ ਆਫ ਰਿਐਕਟੀਵਿਟੀ ਕਿਹੜਾ ਹੁੰਦਾ ਆ, ਐਕਚੁਅਲ ਆਰਡਰ ਆਫ ਰਿਐਕਟੀਵਿਟੀ ਕਿਵੇਂ ਹੁੰਦਾ, ਇਹਦੇ ਵਿੱਚ ਹੁੰਦਾ ਆ ਜਿਹੜਾ RF ਸਭ ਤੋਂ ਘੱਟ ਰਿਐਕਟਿਵ ਹੋਣਾ, ਉਹ ਤੋਂ ਜ਼ਿਆਦਾ ਰਿਐਕਟਿਵ ਹੋਣਾ RCl, ਉਹ ਤੋਂ ਜ਼ਿਆਦਾ ਰਿਐਕਟਿਵ ਹੋਣਾ RBr, ਤੇ ਸਭ ਤੋਂ ਜ਼ਿਆਦਾ ਰਿਐਕਟਿਵ ਹੋਣਾ ਆ। ਅਗਰ ਤੁਹਾਡਾ ਦਿਮਾਗ ਚੱਲਦਾ ਪਿਆ ਤੇ ਤੁਸੀਂ ਆਹ ਦੇਖ ਕੇ ਦੱਸ ਸਕਦੇ ਆ ਕਿ ਸਭ ਤੋਂ ਜ਼ਿਆਦਾ ਰਿਐਕਟਿਵ ਕਾਹਤੇ ਆ ਇਹ। ਇਹਦੇ ਵਿੱਚ ਫਲੋਰੀਨ ਦਾ ਸਾਈਜ਼ ਛੋਟਾ, ਬੌਂਡ ਲੈਂਥ ਘੱਟ ਆ, ਕਲੋਰੀਨ ਦਾ ਸਾਈਜ਼ ਵੱਧ ਗਿਆ, ਬੌਂਡ ਲੈਂਥ ਵੱਧ ਗਈ, ਬਰੋਮੀਨ ਦਾ ਸਾਈਜ਼ ਵੱਧ ਗਿਆ, ਬੌਂਡ ਲੈਂਥ ਹੋਰ ਵੱਧ ਗਈ, ਆਇਓਡੀਨ ਦਾ ਸਾਈਜ਼ ਵੱਧ ਗਿਆ, ਬੌਂਡ ਲੈਂਥ ਹੋਰ ਵੱਧ ਗਈ। ਇਸ ਸਾਈਡ ਨੂੰ ਬੌਂਡ ਲੈਂਥ ਕੀ ਹੋ ਰਹੀ ਹੈ, ਇਨਕਰੀਜ਼ ਹੋ ਰਹੀ ਆ। ਜਿੰਨੀ ਬੌਂਡ ਲੈਂਥ ਜ਼ਿਆਦਾ ਹੋਊਗੀ, ਠੀਕ ਹੈ ਨਾ, ਜਿੰਨੀ ਬੌਂਡ ਲੈਂਥ ਕੀ ਹੋਊਗੀ, ਜ਼ਿਆਦਾ ਹੋਊਗੀ, ਉਨਾ ਜਿਹੜਾ ਆ ਬੌਂਡ ਈਜ਼ਲੀ ਬ੍ਰੇਕ ਹੋ ਜਾਣਾ। ਬੌਂਡ ਕੀ ਹੋ ਜਾਣਾ, ਈਜ਼ਲੀ, ਮੋਰ ਬੌਂਡ ਲੈਂਥ ਈਜ਼ਲੀ ਬ੍ਰੇਕ ਦਾ ਬੌਂਡ, ਠੀਕ ਹੈ। ਜਿੰਨੀ ਜਲਦੀ ਬੌਂਡ ਟੁੱਟੂਗਾ ਉਨੀ ਜਲਦੀ ਉਹ ਰਿਐਕਸ਼ਨ ਦਊਗਾ, ਠੀਕ ਹੈ। ਜਿਹੜਾ ਐਕਸਪੈਕਟਡ ਆਰਡਰ ਆ ਉਹ ਇਹ ਵਾਲਾ ਆ। ਇਹ ਵਾਲਾ ਕਾਹਤੇ ਆ, ਕਿਉਂਕਿ ਜਿੱਦਾਂ ਜਿੱਦਾਂ ਆਪਾਂ ਇਸ ਸਾਈਡ ਨੂੰ ਜਾਂਦੇ ਹਾਂ, ਸਾਈਜ਼ ਆਫ ਹੈਲੋਜਨ ਐਟਮ ਇਨਕਰੀਜ਼ ਹੋ ਰਿਹਾ ਹੈ। ਸਾਈਜ਼ ਆਫ ਹੈਲੋਜਨ ਐਟਮ ਇਨਕਰੀਜ਼ ਹੋਣ ਦੇ ਨਾਲ ਨਾਲ ਬੌਂਡ ਲੈਂਥ ਇਨਕਰੀਜ਼ ਹੋ ਰਹੀ ਆ। ਜੇ ਬੌਂਡ ਲੈਂਥ ਇਨਕਰੀਜ਼ ਹੋ ਗਈ ਆ, ਬੌਂਡ ਜਿਹੜਾ ਈਜ਼ਲੀ ਬ੍ਰੇਕ ਆ ਜਾਊਗਾ। ਜਿੰਨੀ ਜਲਦੀ ਇਹ ਬੌਂਡ ਟੁੱਟੂਗਾ ਉਨੀ ਜਲਦੀ ਨਿਊਕਲੀਓਫਾਈਲ ਅਟੈਕ ਕਰੂਗਾ। ਇਹਦਾ ਮਤਲਬ ਕਿ ਉਨਾ ਜ਼ਿਆਦਾ ਉਹ ਕੀ ਹੋਊਗਾ, ਰਿਐਕਟਿਵ। ਰਿਐਕਟਿਵ ਮੀਨਸ ਜਲਦੀ ਰਿਐਕਸ਼ਨ ਕਿਹੜਾ ਦਊਗਾ, ਠੀਕ ਆ। ਜੇ ਆਪਾਂ ਸਿਰਫ ਇਲੈਕਟ੍ਰੋਨੈਗੇਟਿਵ ਦੇ ਅਕੋਰਡਿੰਗ ਸੋਚੀਏ ਤਾਂ ਸਾਡਾ ਐਕਸਪੈਕਟਡ ਆਰਡਰ ਇਹ ਸੀਗਾ, ਬਟ ਆਪਾਂ ਐਕਚੁਅਲ ਆਰਡਰ ਲਿਖਣਾ ਹੈ। ਐਕਚੁਅਲ ਆਰਡਰ ਇਹ ਵਾਲਾ ਹੈ। ਇਹ ਕਿਉਂ ਆ, ਬਿਕੋਜ਼ ਆਫ ਇਨਕਰੀਜ਼ ਇਨ ਬੌਂਡ, ਇਨਕਰੀਜ਼ ਇਨ ਸਾਈਜ਼, ਇਨਕਰੀਜ਼ ਇਨ ਬੌਂਡ ਲੈਂਥ, ਈਜ਼ਲੀ ਬ੍ਰੇਕ ਦਾ ਬੌਂਡ, ਠੀਕ ਹੈ। ਸਿੰਪਲ ਜਿਹੀ ਚੀਜ਼ ਆ। ਇੰਨੀਆਂ ਚੀਜ਼ ਬੁੱਕ ਦੇ ਵਿੱਚ ਕਾਫੀ ਕੁਝ ਕਈ ਵਾਰੀ ਲਿਖਿਆ ਹੁੰਦਾ, ਬਟ ਤੁਸੀਂ ਸਮਝ ਕੇ ਚੱਲਣਾ ਆ। ਜੇ ਤੁਹਾਨੂੰ ਇਹ ਕਨਸੈਪਟ ਕਲੀਅਰ ਹੋਣੇ ਸ਼ੁਰੂ ਹੋ ਗਏ ਚੰਗੀ ਤਰ੍ਹਾਂ, ਤੇ ਤੁਹਾਡੇ ਲਈ ਕੁਝ ਜ਼ਿਆਦਾ ਔਖਾ ਨਹੀਂ ਹੋਣਾ। ਤੁਸੀਂ ਬੜੇ ਆਰਾਮ ਨਾਲ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਆ। ਓਕੇ,
ਤੇ ਉਹਦੇ ਬਾਅਦ ਵਿੱਚ ਹੁਣ ਆਪਾਂ ਰਿਐਕਸ਼ਨਸ ਸ਼ੁਰੂ ਕਰਨੀਆਂ, ਠੀਕ ਹੈ ਨਾ। ਰਿਐਕਸ਼ਨਸ ਕਾਫੀ ਆ, ਮੇਬੀ 2 ਵੀਡੀਓਜ਼ ਦੇ ਵਿੱਚ ਕੰਪਲੀਟ ਹੋਣਗੀਆਂ, ਠੀਕ ਹੈ। ਫਸਟ ਰਿਐਕਸ਼ਨ ਹੈਗੀ ਆ, ਨਾਮ ਤੋਂ ਹੀ ਕਲੀਅਰ ਆ, ਸਬਸਟੀਟਿਊਸ਼ਨ ਬਾਏ ਹਾਈਡਰੋਕਸਲ ਗਰੁੱਪ। ਕਿਹਦੇ ਨਾਲ ਸਬਸਟੀਟਿਊਸ਼ਨ ਕਰਨੀ ਹੈ? ਸਬਸਟੀਟਿਊਸ਼ਨ ਬਾਏ ਹਾਈਡਰੋਕਸਲ ਗਰੁੱਪ, ਜਾਂ ਇਹਦਾ ਹੈਡਿੰਗ ਹੋਰ ਕੀ ਆ ਜਾਂਦਾ, ਫਾਰਮੇਸ਼ਨ ਆਫ ਐਲਕੋਹਲ। ਹੁਣ ਜਿਹੜੀਆਂ ਤੁਸੀਂ ਪਹਿਲਾਂ ਰਿਐਕਸ਼ਨਸ ਪੜ੍ਹੀਆਂ ਹੋਈਆਂ, ਪਹਿਲਾਂ ਆਪਾਂ ਕੀ ਪੜ੍ਹਿਆ ਸੀਗਾ, ਆਪਾਂ ਬਣਾਉਣੇ ਸੀਗੇ, ਪ੍ਰਪੇਅਰ ਕਰਦੇ ਸੀਗੇ ਹੈਲੋ ਅਲਕੇਨ ਫਰੋਮ ਅਲਕੋਹਲ। ਹੁਣ ਕੀ ਆ, ਹੈਲੋ ਅਲਕੇਨ ਤੋਂ ਅਲਕੋਹਲ ਬਣਾਉਣਾ ਆ, ਠੀਕ ਹੈ। ਜੇ ਮੈਂ ਤੇਜ਼ ਬੋਲ ਗਿਆ ਹੋਵਾਂ ਤਾਂ ਕੋਈ ਗੱਲ ਨਹੀਂ ਬੱਚੇ। ਇਹਦੇ ਵਿੱਚ ਜਿੱਦਾਂ ਸਿੰਪਲ ਤੁਸੀਂ ਇੱਕ ਹੈਲੋ ਅਲਕੇਨ ਲਿਆ RX, ਠੀਕ ਹੈ। ਇਹਦੇ ਵਿੱਚ ਪਾਤਾ ਤੁਸੀਂ ਐਕੁਅਸ KOH। ਐਕੁਅਸ KOH ਮੀਨਸ ਇੱਥੇ ਪੋਜ਼ਿਟਿਵ ਚਾਰਜ ਆ, ਇੱਥੇ ਨੈਗੇਟਿਵ ਚਾਰਜ ਆ। ਹੁਣ ਆਹ ਵਾਲੇ ਨੇ ਆਹ OH ਦੇ ਨਾਲ ਰਿਪਲੇਸ ਹੋ ਜਾਣਾ। ਆਪਾਂ ਇਹਨੂੰ ਬੋਇਲ ਕੀਤਾ, ਜਿਸ ਤਰ੍ਹਾਂ ਬੋਇਲ ਕੀਤਾ, R ਦੇ ਨਾਲ ਕਿਆ ਲੱਗ ਗਿਆ, OH ਪਲੱਸ KX ਬਾਹਰ ਨਿਕਲ ਗਿਆ। ਇਹ ਕੀ ਬਣ ਗਿਆ ਹੁਣ ਤੁਹਾਡੇ ਕੋਲ, ਐਲਕੋਹਲ, ਠੀਕ ਹੈ। ਇੱਕ ਜੇ ਸਿੰਪਲ ਜੀ ਇਕੁਏਸ਼ਨ ਆਪਾਂ ਇਹਦੀ ਹੋਰ ਕਰ ਲੈਂਦੇ ਹਾਂ, ਜਿੱਦਾਂ ਤੁਹਾਡੇ ਕੋਲ C2H5Br ਆ, ਇਹਦੇ ਵਿੱਚ ਤੁਸੀਂ ਪਾਤਾ ਐਕੁਅਸ KOH, ਕੀ ਐਡ ਕਰ ਦਿੱਤਾ, ਐਕੁਅਸ KOH। ਐਕੁਅਸ KOH ਐਡ ਕਰਨ ਦੇ ਨਾਲ ਕੀ ਹੋਇਆ, ਠੀਕ ਹੈ, ਬੋਇਲ ਕੀਤਾ ਇਹਨੂੰ। ਜਦੋਂ ਆਪਾਂ ਇਹਨੂੰ ਬੋਇਲ ਕੀਤਾ, OH ਇੱਧਰ ਚਲ ਗਿਆ, Br ਇੱਧਰ ਚਲ ਗਿਆ, ਕੀ ਬਣ ਗਿਆ, C2H5OH ਪਲੱਸ KBr, ਠੀਕ ਆ। ਸਿੰਪਲ ਰਿਪਲੇਸਮੈਂਟ ਆ, ਇਹਨਾਂ 2 ਐਟਮਸ ਨੂੰ ਰਿਪਲੇਸ ਕਰਦੇ ਪਏ ਆ, ਠੀਕ ਆ, ਸਬਸਟੀਟਿਊਸ਼ਨ ਜਾਂ ਬੋਲਦੇ ਹੋ, ਠੀਕ ਹੈ। ਹੁਣ ਦੇਖੋ ਹੈਡਿੰਗ ਜੋ ਸੀਗਾ ਉਹਦੇ ਅਕੋਰਡਿੰਗ ਆਪਾਂ ਸਹੀ ਚੱਲ ਰਹੇ ਆ ਨਾ। ਇਹਦੇ ਵਿੱਚ ਉਹ ਬੱਚੇ ਉਹ ਸਿਲਵਰ ਆਕਸਾਈਡ ਵੀ, ਹਾਈਡਰੋਕਸਾਈਡ ਵੀ ਯੂਜ਼ ਕਰ ਦਿੰਦਾ ਹੈ, ਠੀਕ ਹੈ। ਜਿੱਦਾਂ ਇੱਕ ਲੈ ਲਿਆ C2H5 ਮਿਥਾਈਲ ਆਇਓਡਾਈਡ, ਇਹਦੇ ਵਿੱਚ ਪਾ ਦਿੱਤਾ AgOH, ਸਿਲਵਰ ਹਾਈਡਰੋਕਸਾਈਡ, ਠੀਕ ਆ। ਬੋਇਲ ਕੀਤਾ, ਕਾਦੀ ਪ੍ਰੈਜ਼ੈਂਸ ਬੋਇਲ ਕੀਤਾ, ਸਿਲਵਰ ਆਕਸਾਈਡ, ਕੀ ਬਣ ਗਿਆ, C2H5OH ਪਲੱਸ AgI, ਠੀਕ ਆ। ਸਿੰਪਲ ਜਿਹੀਆਂ ਰਿਐਕਸ਼ਨਸ ਆ। ਇਹਨਾਂ ਨੂੰ ਜੇ ਤੁਸੀਂ 1-2 ਵਾਰੀ ਲਿਖ ਲੈਂਦੇ ਆ ਨਾ, ਤੁਹਾਨੂੰ ਕਾਫੀ ਸੌਖੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, ਠੀਕ ਹੈ। ਸਿਰਫ ਐਦਾਂ ਕਰਨਾ, ਜਿੱਦਾਂ ਜਿੱਦਾਂ ਵੀਡੀਓ ਦੇਖਦੇ ਪੈਣ ਨਾਲੋਂ ਨਾਲ ਨੋਟ ਕਰੀ ਚਲੋ, ਠੀਕ ਹੈ। ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਵੀਡੀਓ ਪੌਜ਼ ਨਾ ਕਰਨੀ ਪਵੇ, ਕਿ ਤੁਸੀਂ ਨਾਲੋਂ ਨਾਲ ਦੇਖ ਕੇ ਹੀ ਲਿਖੀ ਜਾਓ, ਠੀਕ ਹੈ। ਪੌਜ਼ ਕਰਕੇ ਪੜ੍ਹਨਾ ਥੋੜ੍ਹਾ ਔਖਾ ਹੋ ਜਾਂਦਾ ਹੈ। ਤੇ ਫਿਰ ਆ ਜਾਂਦੀ ਹੈ ਸਬਸਟੀਟਿਊਸ਼ਨ ਬਾਏ ਐਲਕਆਕਸੀ ਗਰੁੱਪ, ਜਗ੍ਹਾ ਘੱਟ ਆ, ਚਲੋ। ਸਬਸਟੀਟਿਊਸ਼ਨ ਬਾਏ ਐਲਕਆਕਸੀ ਗਰੁੱਪ। ਹੁਣ ਐਲਕਆਕਸੀ ਹਾਈਡਰੋਕਸੀ ਤੋਂ ਹੀ ਬਣਿਆ ਹੋਇਆ ਆ, ਮਤਲਬ ਕਿ ਇੱਥੇ ਗਿਆ ਸੀਗਾ ਹਾਈਡਰੋਕਸਲ ਗਰੁੱਪ, ਇੱਥੇ ਹੈਗਾ ਐਲਕਆਕਸੀ, ਮੀਨਸ H ਦੀ ਜਗ੍ਹਾ ਤੁਸੀਂ ਅਲਕਾਈਲ ਗਰੁੱਪ ਲਗਾ ਦੇਣਾ ਹੈ, ਠੀਕ ਹੈ। ਇਹਦੇ ਵਿੱਚ ਕੀ ਕਰਦੇ ਆ, ਜਿੱਦਾਂ ਇਹਦੇ ਨਾਲ ਬੋਲਦੇ ਕੀ ਆ, ਇਹਦੇ ਵਿੱਚ ਹੁੰਦੀ ਆ ਫਾਰਮੇਸ਼ਨ ਆਫ ਈਥਰਸ, ਫਾਰਮੇਸ਼ਨ ਆਫ ਈਥਰਸ ਬਣਦੀ ਆ, ਠੀਕ ਹੈ। ਕੀ ਆ ਤੁਹਾਡੇ ਕੋਲ, ਸਾਡੇ ਕੋਲ ਹੈਗਾ ਹੈਲੋ ਅਲਕੇਨ RX ਆ, ਠੀਕ ਹੈ। ਇਹਦੇ ਵਿੱਚ ਤੁਸੀਂ ਪਾਇਆ ਐਲਕਆਕਸਾਈਡ RO ਨੈਗੇਟਿਵ Na ਪੋਜ਼ਿਟਿਵ, ਕੀ ਨਾਮ ਬਣੂਗਾ ਇਹਦਾ, ਇਹਦਾ ਨਾਮ ਬਣਨਾ ਸੋਡੀਅਮ ਐਲਕਆਕਸਾਈਡ। ਲਿਖ ਵੀ ਦੇਣਾ ਮੈਂ ਨੀਚੇ, ਸੋਡੀਅਮ ਐਲਕਆਕਸਾਈਡ, ਠੀਕ ਹੈ। ਜਦੋਂ ਇਹਨਾਂ ਨੂੰ ਤੁਸੀਂ ਹੀਟ ਕੀਤਾ, ਠੀਕ ਹੈ, ਹੀਟ ਕਰਨ ਤੋਂ ਬਾਅਦ ਕੀ ਬਣਿਆ, ਇਹ ਬਣ ਗਿਆ, ਹੁਣ ਦੇਖੋ ਆਹ ਵਾਲਾ Na ਪੋਜ਼ਿਟਿਵ ਤੇ ਆਹ X ਨੇ ਕੀ ਬਣਾਤਾ, NaX, ਸੋਡੀਅਮ ਹਲਾਈਡ। ਜਿਹੜੀ ਚੀਜ਼ ਬਚ ਗਈ ਉਹਨੂੰ ਲਿਖ ਦਿਓ ROR, ਕੀ ਬਣ ਗਿਆ, ਈਥਰ, ਠੀਕ ਹੈ।
ਇਸ ਤਰ੍ਹਾਂ ਬੱਚੇ ਕੰਮ ਚੱਲਦਾ ਆ। ਓਕੇ ਬੇਟਾ, ਜਿਹੜੀ ਇਹ ਰਿਐਕਸ਼ਨ ਆਪਾਂ ਕਰਦੇ ਪਏ ਨਾ, ਇਹ ਬਹੁਤ ਹੀ ਇੰਪੋਰਟੈਂਟ ਆ। ਜੇ ਆਪਾਂ ਫਾਰਮੇਸ਼ਨ ਆਫ ਈਥਰ ਦੇ ਵਿੱਚ ਇਹ ਰਿਐਕਸ਼ਨ ਕਰਨੀ ਆ ਤੇ ਇਹ ਰਿਐਕਸ਼ਨ ਦੇ ਵਿੱਚੋਂ ਇਹਦੀ ਲਿਮਿਟੇਸ਼ਨ ਦੇ ਵਿੱਚੋਂ ਇੱਕ ਕੁਐਸਚਨ ਜ਼ਰੂਰ ਬਣ ਜਾਂਦਾ। ਠੀਕ ਹੈ, ਆਪਾਂ ਅੱਗੇ ਕੰਪਾਊਂਡ ਲੈ ਲਿਆ CH2 3CH2Br, ਇਥਾਈਲ ਬਰੋਮਾਈਡ। ਉਹਦੇ ਵਿੱਚ ਪਾਤਾ ਆਪਾਂ C2H5 O ਨੈਗੇਟਿਵ O ਪੋਜ਼ਿਟਿਵ Br ਨੈਗੇਟਿਵ। ਨਹੀਂ O ਨੈਗੇਟਿਵ ਹੈ, ਇੱਥੇ Br ਨਹੀਂ ਆਣਾ, ਸੋਡੀਅਮ ਆਣਾ। ਠੀਕ ਹੈ, ਦੁਬਾਰਾ ਲਿਖ ਲਓ C2H5 O ਨੈਗੇਟਿਵ Na ਪੋਜ਼ਿਟਿਵ। ਇਹਦਾ ਨਾਮ ਕੀ ਬਣਿਆ? ਸੋਡੀਅਮ ਇਥੋਕਸਾਈਡ। ਸੋਡੀਅਮ ਇਥੋਕਸਾਈਡ। ਠੀਕ ਹੈ, ਤੇ ਜਿਸ ਤਰ੍ਹਾਂ ਤੁਸੀਂ ਇਹਨੂੰ ਕੀਤਾ, ਬੇਸਿਕਲੀ ਇਹਦੇ ਵਿੱਚ ਡਰਾਈ ਈਥਰ ਪਾਉਂਦੇ ਹੁੰਦੇ। ਠੀਕ ਹੈ, ਹੁਣ ਕੀ ਹੋਣਾ, ਇੱਥੋਂ Na ਤੇ Br ਨੇ ਬਾਹਰ ਨਿਕਲ ਜਾਣਾ, ਬਾਕੀ ਸਾਰਾ ਜੋੜ ਦਿਓ। NaBr ਬਾਹਰ ਨਿਕਲ ਗਿਆ। ਠੀਕ ਹੈ, ਬਣ ਕੇ ਗਿਆ C2H5O C2H5। ਠੀਕ ਹੈ, ਇਹਦਾ ਨਾਮ ਕੀ ਬਣਿਆ? ਇਹਦਾ ਨਾਮ ਹੁੰਦਾ ਇਥੋਕਸੀ ਈਥੇਨ। ਇਹਨੂੰ ਐਸੇ ਪ੍ਰੀਫਿਕਸ ਯੂਜ਼ ਕਰ ਲਓ। ਇਹ ਕੀ ਬਣ ਗਿਆ? ਇਥੋਕਸੀ। ਇਹ ਕੀ ਹੈ? ਈਥੇਨ। ਇਹ ਨੇਮਿੰਗ ਵਾਲੀਆਂ ਵੀਡੀਓਜ਼ ਪਈਆਂ ਹੋਈਆਂ, ਜੇ ਤੁਹਾਨੂੰ ਨੇਮਿੰਗ ਨਹੀਂ ਆਉਂਦੀ ਤੇ ਤੁਸੀਂ ਉਹ ਦੇਖ ਸਕਦੇ ਆ, ਪਲੇਲਿਸਟ ਬਣੀ ਹੋਈ ਹੈ, ਉੱਥੋਂ ਚੈੱਕ ਕਰ ਲਿਓ। ਓਕੇ, ਤੇ ਬੇਟਾ ਜਿਹੜੀ ਇਹ ਵਾਲੀ ਰਿਐਕਸ਼ਨ ਆ ਨਾ, ਇਹ ਰਿਐਕਸ਼ਨ ਦਾ ਨਾਮ ਹੈਗਾ ਵਿਲੀਅਮ ਸਿੰਥੇਸਿਸ ਰਿਐਕਸ਼ਨ। ਬਹੁਤ ਇੰਪੋਰਟੈਂਟ ਆ। ਠੀਕ ਹੈ, ਸਟਾਰ ਲਗਾਤਾ ਮੈਂ ਨਾਲ। ਵਿਲੀਅਮਸਨ ਸਿੰਥੇਸਿਸ ਰਿਐਕਸ਼ਨ। ਇਹਦੇ ਵਿੱਚੋਂ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲ ਜਾਂਦਾ, ਜਿਹੜਾ ਮਰਜ਼ੀ ਪੇਪਰ ਹੋਵੇ। ਠੀਕ ਹੈ, ਆਬਜੈਕਟਿਵ ਹੋਵੇ, ਜਿਹੜਾ ਮਰਜ਼ੀ ਹੋਵੇ, ਇਹ ਕੁਐਸਚਨ ਮਿਲ ਜਾਂਦਾ ਹੈ। ਓਕੇ, ਤੇ ਇਹਦੇ ਵਿੱਚ ਹੁਣ ਫਾਰਮੇਸ਼ਨ ਕਾਦੀ ਹੋ ਰਹੀ ਹੈ? ਈਥਰਸ ਦੀ ਫਾਰਮੇਸ਼ਨ ਹੋ ਰਹੀ ਹੈ। ਓਕੇ, ਤੇ ਹੁਣ ਆਪਾਂ ਇੱਕ ਹੋਰ ਰਿਐਕਸ਼ਨ ਕਰ ਲੈਂਦੇ ਆ। ਉਹ ਰਿਐਕਸ਼ਨ ਹੈਗੀ ਆ ਸਬਸਟੀਟਿਊਸ਼ਨ ਬਾਏ ਕਾਰਬੋਕਸੀਲੇਟ ਗਰੁੱਪ। ਸਬਸਟੀਟਿਊਸ਼ਨ ਬਾਏ ਕਾਰਬੋਕਸੀਲੇਟ ਗਰੁੱਪ। ਕਾਰਬੋਕਸੀਲੇਟ ਗਰੁੱਪ। ਠੀਕ ਹੈ, ਜਾਂ ਇਹਦੇ ਵਿੱਚ ਜਿਹੜਾ ਹੈਡਿੰਗ ਬਣਨਾ ਫਾਰਮੇਸ਼ਨ ਆਫ ਐਸਟਰ, ਮਤਲਬ ਐਸਟਰ ਦੀ ਫਾਰਮੇਸ਼ਨ ਹੋ ਰਹੀ ਹੈ। ਐਸਟਰ ਕਿਆ ਹੁੰਦਾ? RCOOR। R ਡੈਸ਼ ਮਾਈਨਸ ਹੋਰ ਅਲਕਾਈਲ ਗਰੁੱਪ ਵੀ ਹੋ ਸਕਦਾ, ਸੇਮ ਅਲਕਾਈਲ ਗਰੁੱਪ ਵੀ ਹੋ ਸਕਦਾ। ਠੀਕ ਹੈ, ਇਹਦੇ ਵਿੱਚ ਕਰਦੇ ਕਿਆ ਹੈ, ਇੱਕ ਲਿਆ ਆਪਾਂ ਹੈਲੋ ਅਲਕੇਨ। ਠੀਕ ਹੈ, ਉਹਦੇ ਵਿੱਚ ਪਾ ਦਿੱਤਾ ਸਿਲਵਰ ਸਾਲਟ ਆਫ ਫੈਟੀ ਐਸਿਡ। ਇਹ ਪੜਿਆ ਹੋਇਆ ਹੈ ਮੈਨੂੰ ਲੱਗਦਾ, OAG। ਠੀਕ ਹੈ, ਜਿਸ ਤਰ੍ਹਾਂ ਹੁਣ ਇਹਨੂੰ ਪਾਣਾ, ਇੱਥੋਂ AG ਤੇ X ਬਾਹਰ ਨਿਕਲ ਜਾਣਾ ਹੈ। ਠੀਕ ਹੈ, AgX ਬਾਹਰ ਚਲਾ ਗਿਆ, ਬਾਕੀ ਸਾਰਾ ਐਜ਼ ਇਟ ਇਜ਼ ਲਿਖ ਦਿਓ। ਕੀ ਬਣ ਗਿਆ? RC ਡਬਲ ਬੌਂਡ OOR। ਸਿੰਪਲ ਜੀ ਚੀਜ਼ ਆ। ਠੀਕ ਹੈ, ਇਹ ਜਿਹੜਾ ਬਣਿਆ ਇਹਨੂੰ ਕਿਆ ਬੋਲਦੇ ਆ? ਐਸਟਰ ਬਣਿਆ। ਇਹ ਨੇਮਿੰਗ ਇਹਦੀ ਕਰ ਸਕਦੇ ਆ। ਠੀਕ ਹੈ, ਤੇ ਇੱਦਾਂ ਹੀ ਇੱਕ ਹੋਰ ਇਹਦੀ ਸਿੰਪਲ ਰਿਐਕਸ਼ਨ ਮੈਂ ਹੋਰ ਲਿਖ ਦਿੰਦਾ। ਬੇਟਾ ਦੇਖੋ, ਇਹ ਰਿਐਕਸ਼ਨਸ ਨੂੰ ਤੁਸੀਂ ਲਿਖ ਕੇ ਦੇਖਣਾ। ਜਿਸ ਤਰ੍ਹਾਂ ਤੁਸੀਂ ਲਿਖੋਗੇ ਤੁਹਾਨੂੰ ਆਪਣੇ ਆਪ ਯਾਦ ਹੋਣੀਆਂ ਸ਼ੁਰੂ ਹੋ ਜਾਣੀਆਂ। ਠੀਕ ਹੈ, OAG, ਫਿਰ ਉਹ ਚੀਜ਼ AG ਤੇ Br ਬਾਹਰ, ਬਾਕੀ ਸਾਰਾ ਲਿਖ ਦਿਓ CH3C ਡਬਲ ਬੌਂਡ O ਤੇ ਇਹਦੇ ਨਾਲ ਕਿਆ ਲਿਖ ਦੇਣਾ? ਇਹਦੀ ਜਗ੍ਹਾ ਤੇ C2H5 ਪਲੱਸ AgBr। ਠੀਕ ਹੈ, ਇਸ ਤਰ੍ਹਾਂ ਰਿਐਕਸ਼ਨਸ ਚੱਲਦੀਆਂ ਪਈਆਂ। ਇਹ ਆਪਾਂ ਕੀ ਪੜ੍ਹਦੇ ਪਏ ਹਾਂ? ਕੈਮੀਕਲ ਪ੍ਰੋਪਰਟੀਜ਼ ਆਫ ਹੈਲੋ ਐਲਕੇਨ। ਓਕੇ ਬੱਚੇ, ਬਾਕੀ ਜਿਹੜੀਆਂ ਇਹਦੀਆਂ ਰਿਐਕਸ਼ਨਸ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ ਬੇਟਾ।